ਹਰਪ੍ਰੀਤ ਬਜਟ ਸੈਸ਼ਨ ਚੱਲਿਆ ਵਾ, ਨਿਕਲ ਗਿਆ ਜੀ, 30 ਦਿਨ ਲੱਗ ਗਿਆ ਵਾ। ਕੀ ਕਿੱਦਾਂ ਮੰਨਦੇ ਤੁਸੀਂ ਬਜਟ ਕਿੱਦਾਂ ਦਾ ਰਿਹਾ ਜੀ ਕੰਮ? इस बजट ਦੇ ਵਿੱਚ ਉਹਨਾਂ ਨੇ ਕੋਈ ਵੀ ਐਸਾ ਜਿਹੜਾ ਮੇਨ ਮੁੱਦਾ ਉਹ ਕੁਝ ਨਹੀਂ ਕੀਤਾ। ਤੇ ਪਹਿਲੇ 1 ਤਰੀਕ ਅੱਜ 4-5 ਤਰੀਕ ਹੋ ਗਈ ਏ, ਉਹਦੀ ਰੀਡਿੰਗ ਤੁਸੀਂ ਆਪ ਨੋਟ ਕਰ ਰਹੇ ਹੋ। ਜੇ ਨਹੀਂ ਕਰ ਰਹੇ ਤਾਂ ਇੱਕ ਵਾਰੀ ਜ਼ਰੂਰ ਕਰੋ। 1 ਤਰੀਕ ਤੋਂ ਲੈ ਕਰਕੇ ਅਗਲੀ ਆਉਣ ਵਾਲੀ 30 ਤਰੀਕ ਤੱਕ ਜਿੰਨੀ ਦੇਰ ਇੱਥੇ OEM OEs ਕੰਪਨੀਆਂ ਨਹੀਂ ਆਉਣਗੀਆਂ ਉਨੀ ਦੇਰ ਇੱਥੇ ਜਿਹੜੀ ਇੰਡਸਟਰੀ ਗਰੋ ਨਹੀਂ ਕਰ ਸਕਦੀ। ਔਰ ਬਜਟ ਦੇ ਵਿੱਚ ਇਹਨਾਂ ਨੇ ਉਹ ਲਈ ਕੋਈ ਵੀ ਗੱਲ ਨਹੀਂ ਕੀਤੀ ਵੀ ਇੱਥੇ ਅਸੀਂ ਵੱਡਾ ਸਟਰਕਚਰ ਲੈ ਕਰਕੇ ਆਵਾਂਗੇ। ਕਿੰਨੇ ਨੰਬਰ ਦੇਣਾ ਚਾਹੋਗੇ ਬਜਟ? 000 ਹਮੇਸ਼ਾ ਮੈਂ ਦਿੰਦਾ ਰਿਹਾ 000। ਜੇ ਤੁਹਾਡਾ ਸਮਾਜ ਡਰ ਕੇ ਕਿਧਰੇ ਘਰੋਂ ਦੀ ਬਾਹਰ ਨਿਕਲੇ ਤੇ ਉਹਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਹੈ ਉਹ ਕਿਧਰੇ ਨਾ ਕਿਧਰੇ ਖਰਾਬ ਹੈ ਤੇ ਉਹਦੇ ਉੱਤੇ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਤੇ ਪੰਜਾਬ ਨੂੰ ਕਿਧਰੇ ਨਾ ਕਿਧਰੇ ਸੋਚਣਾ ਚਾਹੀਦਾ, CM ਸਾਹਿਬ ਨੂੰ, ਬਈ ਇੱਥੇ ਵੱਡਾ ਦਿਲ ਕਰਨ, ਖੁੱਲਾ ਚੱਲਣ। ਔਰ ਇੰਡਸਟਰੀ ਜਿੰਨੀ ਦੇਰ ਇੰਡਸਟਰੀ ਕਮਾਊ ਪੁੱਤਰ ਖੁਸ਼ ਨਹੀਂ ਹੋਏਗਾ ਉਨੀ ਦੇਰ ਪੰਜਾਬ 'ਚ ਜਿਹੜਾ ਖੁਸ਼ਹਾਲੀ ਨਹੀਂ ਆ ਸਕਦੀ। ਕਿਸਾਨ ਭਰਾਵਾਂ ਨੂੰ ਹੁਣ ਲੱਗ ਗਿਆ ਪਤਾ ਵੀ ਅਸੀਂ ਠੱਗੇ ਗਏ ਆ। ਕਾਨੂੰਨ ਜਿਹੜਾ ਉਹਨਾਂ ਦੇ ਲਈ ਸੀਗਾ, ਉਹਨਾਂ ਦੇ ਹਿੱਤ ਵਾਸਤੇ ਸੀਗਾ। ਇੰਗਲੈਂਡ ਦੇ ਵਿੱਚ ਹਰ ਇੱਕ ਇਨਸਾਨ ਨੂੰ, ਹਰ ਇੱਕ ਘਰ ਦੇ ਇੱਕ ਬੱਚੇ ਨੂੰ ਮਿਲਟਰੀ ਦੇ ਵਿੱਚ ਜਾਣਾ ਪੈਂਦਾ, 2 ਸਾਲ ਦੀ ਨੌਕਰੀ ਕਰਨੀ ਪੈਂਦੀ ਹੈ। ਉਹਦੇ ਨਾਲ ਉਹਨੂੰ ਕੋਈ ਤਨਖਾਹ ਨਹੀਂ ਮਿਲਦੀ, ਸਿਰਫ ਉਹਨੂੰ ਇੱਕ ਰਾਸ਼ਟਰਵਾਦ ਸੋਚ ਔਰ ਪਲੱਸ ਜੀਣ ਦਾ ਸਟਾਈਲ ਔਰ ਉਹਦੀ ਜਿਹੜੀ ਇਹ ਨਿਯਮ ਪੱਧਤੀ ਨੂੰ ਬਦਲਣ ਵਾਸਤੇ। ਤੇ ਆਪਣੀ ਸਰਕਾਰਾਂ ਦਾ 4 ਸਾਲ ਦੇ ਵਿੱਚ ਪੈਸਾ ਵੀ ਦੇ ਰਹੀ ਔਰ ਰਾਸ਼ਟਰਵਾਦ ਸੋਚ ਔਰ ਉਹਦੀ ਫਿਜ਼ੀਕਲ ਪੂਰਾ ਜਿਹੜਾ ਠੀਕ ਰਹੇਗਾ। ਦੇਖੋ, ਰਾਜਨੀਤਿਕ ਪਾਰਟੀਆਂ, ਅਸੀਂ ਵੀ ਰਾਜਨੀਤਿਕ ਪਾਰਟੀ ਤੋਂ ਬਿਲੋਂਗ ਕਰਦੇ ਹਾਂ ਤੇ ਇਹ ਸਮੇਂ ਦੀ ਪਰਿਭਾਸ਼ਾ ਹੁੰਦੀ ਹੈ। ਜਿੱਦਾਂ ਅਸੀਂ ਉਹਨਾਂ ਦੇ ਨਾਲ ਇੰਨੇ ਸਾਲ ਰਹੇ ਆ, ਅਸੀਂ ਤਾਂ ਤੋੜਿਆ ਨਹੀਂ, ਉਹਨਾਂ ਨੇ ਆਪ ਸਾਡੇ ਤੋਂ ਪਰੇ ਹੋਣ ਦੀ ਗੱਲ ਕੀਤੀ। ਕੀ ਲੱਗਦਾ ਵਾ ਦੁਬਾਰਾ ਸੱਤਾ ਜਾਣ ਲਈ ਹੁਣ ਭਾਜਪਾ ਨਾਲ ਫਿਰ ਦੁਬਾਰਾ ਜੋੜਨਾ ਚਾਹੁੰਦੀ? ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਮੌਜੂਦ ਨੇ ਭਾਰਤੀ ਜਨਤਾ ਪਾਰਟੀ ਦੇ ਲੁਧਿਆਣਾ ਦੇ ਪ੍ਰਵਕਤਾ ਹਰਪ੍ਰੀਤ ਜੀ। ਆਓ ਉਹਨਾਂ ਨਾਲ ਗੱਲ ਕਰਦੇ ਹਾਂ, ਕੋਈ ਸਿਆਸੀ ਮੁੱਦੇ ਨਾਲ ਗੱਲ ਕਰਦੇ ਹਾਂ ਜੀ। ਹਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਚੈਨਲ 'ਚ। ਤੁਹਾਡਾ ਵੀ। ਹਰਪ੍ਰੀਤ, ਬਜਟ ਸੈਸ਼ਨ ਚੱਲਿਆ ਵਾ, ਨਿਕਲ ਗਿਆ ਜੀ, 30 ਦਿਨ ਲੱਗ ਗਿਆ ਵਾ। ਕੀ ਕਿੱਦਾਂ ਮੰਨਦੇ ਤੁਸੀਂ ਬਜਟ ਕਿੱਦਾਂ ਦਾ ਰਿਹਾ ਜੀ ਕੰਮ? ਕਿੱਦਾਂ ਲੱਗਦਾ? ਦੇਖੋ, ਬਜਟ ਦੇ ਵਿੱਚ ਸਰਕਾਰਾਂ ਕੰਮ ਕਰਦੀਆਂ ਲੋਕਾਂ ਨੂੰ, ਲੋਕਾਂ ਵਾਸਤੇ ਰਾਹਤ ਦੇਣ ਵਾਲੀ ਗੱਲ ਹੁੰਦੀ ਹੈ। ਔਰ ਇਸ ਬਜਟ ਦੇ ਵਿੱਚ ਉਹਨਾਂ ਨੇ ਕੋਈ ਵੀ ਐਸਾ ਜਿਹੜਾ ਮੇਨ ਮੁੱਦਾ ਉਹ ਕੁਝ ਨਹੀਂ ਕੀਤਾ। ਬਿਜਲੀ ਮਾਫ ਕੀਤੀ ਉਹਨਾਂ ਨੇ। ਦੇਖੋ, ਬਿਜਲੀ ਮਾਫ ਬੜੇ ਸਮੇਂ ਤੋਂ ਗੱਲ ਕਰ ਰਹੇ ਸੀਗੇ। ਮੈਂ ਤੁਹਾਨੂੰ ਅੱਜ ਤੁਹਾਡੇ ਚੈਨਲ ਰਾਹੀਂ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਵੀ 30 ਤਰੀਕ ਤੱਕ ਦੇ ਤੁਹਾਡੇ ਜਿਹੜੇ ਲਾਸਟ ਬਿੱਲ ਉਹਦੀ ਜਿਹੜੀ ਹੈ ਤੁਹਾਡਾ ਕੋਈ ਮੀਟਰ ਉਹ ਜਿਹੜਾ ਰੀਡਿੰਗ ਨੋਟ ਕਰ ਲਈਏ ਤੁਸੀਂ ਵੀ, ਜਾਂ ਕੋਈ ਰੀਡਰ ਨੇ ਆ ਕਰਕੇ ਰੀਡਿੰਗ ਨੋਟ ਕੀਤੀ ਵੀ 30 ਤਰੀਕ ਤੱਕ ਤੁਸੀਂ ਬਿੱਲ ਪੇ ਕਰੋਗੇ। ਔਰ ਹਫ਼ਤੇ ਪਹਿਲੇ 1 ਤਰੀਕ ਅੱਜ 4-5 ਤਰੀਕ ਹੋ ਗਈ ਏ, ਉਹਦੀ ਰੀਡਿੰਗ ਤੁਸੀਂ ਆਪ ਨੋਟ ਕਰ ਰਹੇ ਹੋ। ਜੇ ਨਹੀਂ ਕਰ ਰਹੇ ਤਾਂ ਇੱਕ ਵਾਰੀ ਜ਼ਰੂਰ ਕਰੋ। 1 ਤਰੀਕ ਤੋਂ ਲੈ ਕਰਕੇ ਅਗਲੀ ਆਉਣ ਵਾਲੀ 30 ਤਰੀਕ ਤੱਕ। ਹਰਪ੍ਰੀਤ ਜੀ, ਤੁਸੀਂ ਵੀ ਇੱਕ ਇੰਡਸਟਰੀ, ਤੁਸੀਂ ਵੀ ਇੰਡਸਟਰੀ ਚਲਾ ਰਹੇ ਹੋ। ਇੰਡਸਟਰੀ ਵਾਲੇ ਵੀ ਧਰਨੇ ਲਗਾ ਰਹੇ ਨੇ ਕਿ ਹਾਂ ਵੀ ਸਾਡੇ ਤੋਂ ਹੀ ਜਿਹੜਾ ਟੈਕਸ ਲੈ ਕੇ ਲੋਕਾਂ ਬਿਜਲੀ। ਕੀ ਮੰਨਦੇ ਤੁਸੀਂ ਬਿਜਲੀ ਮਾਫ ਦੇ ਮੁੱਦੇ ਲੈ ਕੇ? ਦੇਖੋ, ਇੰਡਸਟਰੀਅਲ ਹਮੇਸ਼ਾ ਕਮਾਊ ਪੁੱਤਰ ਹੁੰਦਾ। ਉਹ GST ਦੇ ਕਰਕੇ ਸਾਰਾ ਟੈਕਸ, ਇੱਕ ਸੂਈ ਵੀ ਲੈਂਦਾ ਤੇ ਉਹਦਾ ਟੈਕਸ ਦਿੰਦਾ। ਔਰ ਜਿਹੜਾ ਇੰਡਸਟਰੀਅਲ ਹੈ ਪੰਜਾਬ ਦਾ ਖਾਸ ਕਰਕੇ, ਉਹਨੂੰ ਪਿਛਲੀ ਸ਼੍ਰੇਣੀ ਤੱਕ ਸਹਾਇਤਾ ਦੇਣ ਦੀ ਲੋੜ ਸੀਗੀ ਡਿਊ ਟੂ ਕਲਸਟਰ ਔਰ ਡਿਊ ਟੂ R&D ਬਣਾ ਕਰਕੇ। ਜਿੰਨੀ ਦੇਰ ਇੱਥੇ OEM OEs ਕੰਪਨੀਆਂ ਨਹੀਂ ਆਉਣਗੀਆਂ ਉਨੀ ਦੇਰ ਇੱਥੇ ਜਿਹੜੀ ਇੰਡਸਟਰੀ ਗਰੋ ਨਹੀਂ ਕਰ ਸਕਦੀ। ਔਰ ਬਜਟ ਦੇ ਵਿੱਚ ਇਹਨਾਂ ਨੇ ਉਹ ਲਈ ਕੋਈ ਵੀ ਗੱਲ ਨਹੀਂ ਕੀਤੀ ਵੀ ਇੱਥੇ ਅਸੀਂ ਵੱਡਾ ਸਟਰਕਚਰ ਲੈ ਕਰਕੇ ਆਵਾਂਗੇ, ਵੱਡੀ ਮਾਰੂਤੀ ਵਰਗੀ ਕੰਪਨੀ ਇੱਥੇ ਆਏਗੀ ਤਾਂ ਛੋਟੇ ਸੈਕਟਰਾਂ ਨੂੰ ਜਿਹੜਾ ਕੰਮ ਮਿਲੇਗਾ। ਕੀ ਕਿੰਨੇ ਨੰਬਰ ਦੇਣਾ ਚਾਹੋਗੇ ਬਜਟ ਨੂੰ? 000 ਹਮੇਸ਼ਾ ਮੈਂ ਦਿੰਦਾ ਰਿਹਾ 000। ਦੇਖੋ, ਕੋਈ ਵੀ ਸਰਕਾਰ ਹੈ ਇੰਡਸਟਰੀਅਲ ਉਹਦੇ ਨਾਲ ਕੰਮ ਕਰਨ ਦੇ ਵਿੱਚ ਪਹਿਲੀ ਸ਼੍ਰੇਣੀ 'ਚ ਪ੍ਰਤੀਬੱਧ ਰਹਿੰਦਾ।
ਪਰ ਉਹਦੇ ਨਾਲ ਸਰਕਾਰਾਂ ਨੂੰ ਵੀ ਇੰਡਸਟਰੀ ਦੇ ਵਿੱਚ ਜਿੱਦਾਂ ਹਸਤਾ ਜਿਹੜਾ ਉਹਦੇ ਉੱਤੇ ਕੰਮ ਕਰਨਾ ਚਾਹੀਦਾ, ਜਿਹੜੀਆਂ ਇਸ਼ੂਜ਼ ਹੈਗੀਆਂ ਇੰਡਸਟਰੀਅਲ ਨੂੰ ਉਹਨੂੰ ਜਿਹੜਾ ਸਾਫ਼ ਕਰਨਾ ਚਾਹੀਦਾ ਹੈ। ਅਤੇ ਉਹ ਇਸ ਬਜਟ ਦੇ ਵਿੱਚ ਮੈਂ ਨਹੀਂ ਸਮਝਦਾ ਵੀ ਇਹਨਾਂ ਨੇ ਕੋਈ ਵੀ ਐਸਾ ਕੰਮ ਕੀਤਾ ਜੀ। ਹਰਪ੍ਰੀਤ ਜੀ, ਸੂਬੇ ਦਾ ਚਲੋ ਇਹ ਤਾਂ ਗੱਲ ਹੋ ਗਈ, ਬਜਟ ਦੀ ਗੱਲ ਹੋ ਗਈ, ਸੂਬੇ ਦੇ ਲਾਅ ਐਂਡ ਆਰਡਰ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਪਿੱਛੇ ਇੱਕ ਸੁੱਧੀ ਮੂਸੇਵਾਲੇ ਦੇ ਵੀ ਗੈਂਗਸਟਰ ਵੱਲੋਂ ਕਤਲ ਕਰ ਦਿੱਤਾ ਗਿਆ ਜੀ, ਕੀ ਲੱਗਦਾ ਤੁਹਾਨੂੰ ਲਾਅ ਐਂਡ ਆਰਡਰ ਕਿੱਦਾਂ ਦੇਖਦੇ ਹੋ ਜੀ ਇਸ ਨੂੰ? ਲਾਅ ਐਂਡ ਆਰਡਰ ਜਿਹੜਾ ਹੈ ਕਿਸੇ ਵੀ ਪ੍ਰਦੇਸ਼ ਦਾ ਬਹੁਤ ਅੱਛਾ ਚਾਹੀਦਾ ਹੁੰਦਾ, ਤਾਂ ਕਿ ਜਿਹੜਾ ਅੱਛਾ ਸਮਾਜ ਹੈ ਉਹਨੂੰ ਇੱਕ ਆਜ਼ਾਦੀ ਮਿਲੇ ਹੱਸਣ ਦੀ, ਕਿਧਰੇ ਵੀ ਜਾਣ ਦੀ। ਜੇ ਤੁਹਾਡਾ ਸਮਾਜ ਡਰ ਕੇ ਕਿਧਰੇ ਘਰੋਂ ਦੀ ਬਾਹਰ ਨਿਕਲੇ ਤੇ ਉਹਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਹੈ ਉਹ ਕਿਧਰੇ ਨਾ ਕਿਧਰੇ ਖਰਾਬ ਹੈ, ਤੇ ਉਹਦੇ ਉੱਤੇ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਔਰ ਨਿਸ਼ਪਕਸ਼ਤਾ ਦੇ ਨਾਲ ਹੀ ਔਰ ਸਰਵੋਪਰੀ ਸ੍ਰੇਸ਼ਟ ਸੰਵਿਧਾਨ ਨੂੰ ਮੰਨ ਕਰਕੇ ਕਿਸੇ ਵੀ ਅਫਸਰ ਨੂੰ ਉਹਦੇ ਉੱਤੇ ਪੂਰੀ ਆਪਣੀ ਜਿਹੜੀ ਹੈ ਕੰਮ ਕਰਨਾ ਚਾਹੀਦਾ। ਵੀਡੀਓ ਵਾਇਰਲ ਹੋ ਰਹੀ ਹੈ ਵੀ ਕਹਿੰਦਾ ਹਥਿਆਰ ਲੈ ਕੇ ਜਿਹਨਾਂ ਨੂੰ ਮੁਸਲਮਾਨਾਂ ਨੂੰ ਕਹਿੰਦਾ ਅਟੈਕ ਕੀਤਾ ਸੀ, ਮਾਰਿਆ ਸੀਗਾ, ਉਹ ਸ਼ਰੇਆਮ ਘੁੰਮਦੇ ਪਏ ਸੀਗੇ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਇਹ ਸਾਰਿਆਂ ਦੇ ਸਾਹਮਣੇ ਹੀ ਹੈ। ਮੈਂ ਫਿਰ ਉਹੀਓ ਗੱਲ ਕਰਾਂਗਾ ਵੀ ਜਿਹੜਾ ਪੰਜਾਬ ਦਾ ਇਨਸਾਨ ਹੈ ਉਹ ਬੜਾ ਦਲੇਰ ਹੈ, ਇਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ। ਪਰ ਉਹਦੇ ਨਾਲ ਜਿਹੜੀ ਚੁਣੀ ਹੋਈ ਸਰਕਾਰ ਹੈ ਉਹਦਾ ਪੂਰੇ ਦਾ ਪੂਰਾ ਸ਼੍ਰੇਅ ਉਹ ਸਰਕਾਰ ਦਾ ਕਾਨੂੰਨ ਨੂੰ ਲਾਗੂ ਕਰਾਉਣ ਦੇ ਵਿੱਚ ਚਾਹੀਦਾ ਹੈ, ਜਿਹਦੇ ਵਿੱਚ ਉਹ ਵਿਫਲ ਰਹਿ ਰਹੀ ਹੈ ਔਰ ਵਿਫਲ ਹੋ ਰਹੀ ਹੈ। ਅਗਰ ਉਹਨਾਂ ਦੀ ਸੋਚ ਇਹੋ ਰਹੀ ਤੇ ਮੈਂ ਨਹੀਂ ਸਮਝਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਉਹਨਾਂ ਨੂੰ ਰੁਕਣ ਦੇਣਗੇ। ਮਾਨ ਦੇ ਰਾਜ ਬਣੇ ਸੀ, ਉਹਨਾਂ ਨੇ ਕਿਹਾ ਸੀ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ ਬੱਚਿਆਂ ਨੂੰ, ਤੇ ਜਿਹੜਾ ਬਾਹਰੋਂ ਸੀਟ 'ਤੇ ਆ ਕੇ ਕੰਮ ਕਰੇਗਾ ਮੈਂ ਜੀ। ਲੇਕਿਨ ਜਦੋਂ ਦਾ ਅੱਜ ਮਾਹੌਲ ਆ, ਬੱਚੇ ਨੂੰ ਮਾਂ ਬਾਪ ਇਹ ਕਹਿੰਦੇ ਨੇ ਸਾਡੇ ਬੱਚੇ ਬਾਹਰ ਚਲੇ ਜਾਣ। ਪੰਜਾਬ ਦੇ ਵਿੱਚ ਅੱਜ ਮੈਂ ਉਹੀਓ ਪਰਿਸਥਿਤੀ ਜਿਹੜੀ ਇਹ ਦੇਖ ਰਿਹਾ, ਆਕਲਨ ਕਰ ਰਹੇ ਹਾਂ। ਅੱਜ ਕੱਲ੍ਹ ਸਾਰਿਆਂ ਦੇ ਅੱਛੇ ਇੰਡਸਟਰੀਅਲ ਦੇ ਬੱਚੇ ਵੀ ਜਿਹੜੇ ਆ ਬਾਹਰ ਪੜ੍ਹਨ ਜਾ ਰਹੇ ਨੇ, ਔਰ ਕਈ ਪਰਿਵਾਰ ਐਸੇ ਨੇ ਜਿਹੜੇ ਪੂਰੇ ਸੈਟਲ ਮਤਲਬ ਉੱਥੋਂ ਆਪਣਾ ਕਾਰੋਬਾਰ ਵੀ ਬੰਦ ਕਰਕੇ ਉਹ ਜਾ ਰਹੇ ਨੇ, ਔਰ ਕੁਛ ਐਸੇ ਇੰਡਸਟਰੀਅਲ ਹੈ ਜਿਹੜੇ ਪੰਜਾਬ ਨੂੰ ਛੱਡ ਕਰਕੇ ਯੂਪੀ ਦੇ ਵਿੱਚ ਉੱਥੇ ਸੈਟਲ ਹੋ ਰਹੇ ਨੇ, ਕਿਉਂਕਿ ਉੱਤਰਾਖੰਡ ਦੇ ਵਿੱਚ ਸੈਟਲ ਹੋ ਰਹੇ ਨੇ, ਕਿਉਂਕਿ ਉੱਥੋਂ ਦੀ ਸਰਕਾਰਾਂ ਨੇ ਇੰਡਸਟਰੀ ਵਾਸਤੇ ਬਹੁਤ ਕੁਛ ਘੋਸ਼ਣਾਵਾਂ ਕੀਤੀਆਂ, ਉਹ ਤੇ ਖਰੇ ਵੀ ਉਤਰਦੇ ਪਏ ਨੇ। ਤੇ ਪੰਜਾਬ ਨੂੰ ਕਿਧਰੇ ਨਾ ਕਿਧਰੇ ਸੋਚਣਾ ਚਾਹੀਦਾ ਸੀਐਮ ਸਾਹਿਬ ਨੂੰ ਬਈ ਇੱਥੇ ਵੱਡਾ ਦਿਲ ਕਰਨ, ਖੁੱਲਾ ਚੱਲਣ, ਔਰ ਇੰਡਸਟਰੀ ਜਿੰਨੀ ਦੇਰ ਇੰਡਸਟਰੀ ਕਮਾਊ ਪੁੱਤਰ ਖੁਸ਼ ਨਹੀਂ ਹੋਏਗਾ ਉਨੀ ਦੇਰ ਪੰਜਾਬ 'ਚ ਜਿਹੜਾ ਖੁਸ਼ਹਾਲੀ ਨਹੀਂ ਆ ਸਕਦੀ। ਹਰਪ੍ਰੀਤ ਜੀ, ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਪਿਛਲੇ ਦਿਨੀ ਇੱਥੇ ਫਿਰੋਜ਼ਪੁਰ ਆਏ ਸੀਗੇ, ਬੜਾ ਵਿਰੋਧ ਹੋਇਆ ਸੀ ਉਹਨਾਂ ਦਾ, ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀਗਾ। ਹੁਣ ਫਿਰ ਉਹਨਾਂ ਦੀ ਪੰਜਾਬ ਫੇਰੀਏ ਫਿਰ ਆ ਰਹੇ ਵਾਪਸ, ਕੀ ਲੱਗਦਾ ਵਾ ਕਿ ਕੀ ਵਿਰੋਧ ਚੱਲਣਾ ਪੈ ਸਕਦਾ ਉਹਨਾਂ ਨੂੰ ਕਿਸਾਨਾਂ ਦਾ, ਜਾਂ ਕੋਈ ਕੀ ਐਡਵਾਂਟੇਜ ਦੇ ਕੇ ਜਾਣਗੇ, ਕੀ ਹੋਰ ਸੂਬੇ ਨੂੰ ਪੈਕੇਜ ਦੇ ਕੇ ਜਾਣਗੇ? ਕਿਸਾਨ ਭਰਾਵਾਂ ਨੂੰ ਹੁਣ ਲੱਗ ਗਿਆ ਪਤਾ ਵੀ ਅਸੀਂ ਠੱਗੇ ਗਏ ਹਾਂ। ਕਾਨੂੰਨ ਜਿਹੜਾ ਉਹਨਾਂ ਦੇ ਲਈ ਸੀਗਾ, ਉਹਨਾਂ ਦੇ ਹਿੱਤ ਵਾਸਤੇ ਸੀਗਾ, ਜੇ ਉਹ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਨਹੀਂ ਸਮਝ ਆਈ ਤੇ ਉਹਨਾਂ ਨੇ ਹੱਥ ਜੋੜ ਕਰਕੇ ਉਹਨੂੰ ਵਾਪਸ ਵੀ ਲਿੱਤਾ। ਔਰ ਤੁਸੀਂ ਕਹਿ ਰਹੇ ਹੋ ਕਿ ਹੁਣ ਆ ਲੱਗੇ ਨੇ ਤੇ ਆਉਣਗੇ, ਸਿਰ ਮੱਥੇ ਤੇ ਜੀਆਂ ਪੰਜਾਬ ਦੇ ਸਾਰੇ ਕਿਸਾਨ ਵੀ ਕਰਨਗੇ, ਪਰ ਹਾਲੇ ਤੱਕ ਕੋਈ ਓਫੀਸ਼ੀਅਲ ਇੱਦਾਂ ਦਾ ਸਾਨੂੰ ਮੇਲ ਨਹੀਂ ਆਈ ਜਿਹਦੇ ਵਿੱਚ ਕਿਹਾ ਹੋਵੇ ਵੀ ਪ੍ਰਧਾਨ ਮੰਤਰੀ ਜੀ ਵਿਜ਼ਿਟ ਕਰ ਰਹੇ ਨੇ ਪੰਜਾਬ ਦਾ। ਕਿਹਦਾ? ਸੋਰੀ, ਹਾਂ ਜੀ ਜੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਵਿਰੋਧ ਕਿਧਰੇ ਨਹੀਂ ਹੈ, ਔਰ ਵਿਰੋਧ ਉਹਲੇ ਲੜਕੇ ਕਰ ਰਹੇ ਨੇ ਜਿਹੜੇ 23, 24, 25 ਸਾਲ ਤੋਂ ਉੱਪਰ ਨੇ, ਜਿਹੜੇ ਉਹ ਜਾ ਹੀ ਨਹੀਂ ਸਕਦੇ। ਪਹਿਲੇ ਵੀ ਉਹਦੇ ਵਿੱਚ ਜਿਹੜੀ ਇਹ ਮਿਲਟਰੀ 'ਚ, ਆਰਮੀ 'ਚ, ਫੋਰਸ ਦੇ ਵਿੱਚ ਜਾਣ ਤੋਂ ਮਤਲਬ ਉਹਨਾਂ ਦੀ ਏਜ ਨਿਕਲ ਚੁੱਕੀ ਹੈ, ਉਹੀ ਵਿਰੋਧ ਕਰ ਰਹੇ ਨੇ। ਔਰ ਬਹੁਤ ਵਧੀਆ, ਉਹਦੇ ਵਿੱਚ 16-17% 4-4.5 ਸਾਲਾਂ ਤੋਂ ਬਾਅਦ ਉਹਨਾਂ ਨੂੰ ਉੱਥੇ ਹੀ ਕੰਮ ਦਿੱਤਾ ਜਾਏਗਾ। ਕੋਈ 4-5 ਸਾਲਾਂ ਬਾਅਦ ਫੋਰਸ ਦੇ ਵਿੱਚ ਚਲੇ ਜਾਣਗੇ, ਕੋਈ ਮਿਲਟਰੀ ਦੀ ਉਹਦੇ ਵਿੱਚ ਚਲੇ ਜਾਣਗੇ, ਨੇਵੀ ਦੇ ਵਿੱਚ ਚਲੇ ਜਾਣਗੇ, ਕੁਛ ਮਿਲਟਰੀ ਦੇ ਡਾਕਟਰ ਅੱਗੇ ਬਦਲ ਹਾਂ ਉਹ ਅਲੱਗ-ਅਲੱਗ ਉਹਦਾ ਸੈਕਟਰ ਬਦਲ ਜਾਏਗਾ। ਤਾਂ ਕੋਈ ਐਸੀ ਗੱਲ ਨਹੀਂ, ਕਿਉਂਕਿ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਾਂਗਾ, ਕਦੀ YouTube 'ਤੇ ਜਾਂ ਗੂਗਲ ਸਰਚ ਕਰਕੇ ਦੇਖਿਓ, 3 ਮੁਲਕ ਮੈਂ ਤੁਹਾਨੂੰ ਦੱਸਾਂਗਾ, ਜਿਹਦੇ ਵਿੱਚੋਂ ਇੱਕ ਮੁਲਕ ਹੈਗਾ ਥਾਈਲੈਂਡ, ਇੱਕ ਲੀਬੀਆ ਔਰ ਇੱਕ ਇਜਿਪਟ, ਇਸ ਤੋਂ ਬਾਅਦ ਸੀਰੀਆ ਵੀ ਹੈ, ਇਸ ਤੋਂ ਬਾਅਦ ਕਈ ਮੁਲਕ ਨੇ। ਔਰ ਥਾਈਲੈਂਡ ਦੇ ਵਿੱਚ ਹਰ ਇੱਕ ਇਨਸਾਨ ਨੂੰ, ਹਰ ਇੱਕ ਘਰ ਦੇ ਇੱਕ ਬੱਚੇ ਨੂੰ
ਮਿਲਟਰੀ ਦੇ ਵਿੱਚ ਜਾਣਾ ਪੈਂਦਾ, 2 ਸਾਲ ਦੀ ਨੌਕਰੀ ਕਰਨੀ ਪੈਂਦੀ ਹੈ। ਉਹਦੇ ਨਾਲ ਉਹਨੂੰ ਕੋਈ ਤਨਖਾਹ ਨਹੀਂ ਮਿਲਦੀ, ਸਿਰਫ ਉਹਨੂੰ ਇੱਕ ਰਾਸ਼ਟਰਵਾਦ ਸੋਚ ਔਰ ਪਲੱਸ ਜੀਣ ਦਾ ਸਟਾਈਲ ਔਰ ਉਹਦੀ ਜਿਹੜੀ ਇਹ ਨਿਯਮ ਪੱਧਤੀ ਨੂੰ ਬਦਲਣ ਵਾਸਤੇ। ਤੇ ਆਪਣੀ ਸਰਕਾਰਾਂ ਦਾ 4 ਸਾਲ ਦੇ ਵਿੱਚ ਪੈਸਾ ਵੀ ਦੇ ਰਹੀ ਹੈ ਔਰ ਰਾਸ਼ਟਰਵਾਦ ਸੋਚ ਔਰ ਉਹਦੀ ਫਿਜ਼ੀਕਲ ਪੂਰਾ ਜਿਹੜਾ ਠੀਕ ਰਹੇਗਾ ਜੀ। ਹਰਪ੍ਰੀਤ ਜੀ, ਆਖਰੀ ਕੁਐਸਚਨ ਨੇ ਤੁਹਾਨੂੰ। ਪਹਿਲਾਂ ਸਰਕਾਰ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਇੱਥੇ ਗੱਠਜੋੜ ਰਹੀ ਹੈ ਇਹਨਾਂ ਦੀ ਸਰਕਾਰ, ਫਿਰ ਇਹਨਾਂ ਦਾ ਰਿਸ਼ਤਾ ਵੀ ਟੁੱਟ ਗਿਆ ਹੈ, ਠੀਕ ਹੈ। ਹੁਣ ਫਿਰ ਅਕਾਲੀ ਦਲ ਨੇ ਭਾਜਪਾ ਜਿਹੜੀ ਰਾਸ਼ਟਰਪਤੀ ਉਮੀਦਵਾਰ ਮੁਰਮੂ ਜੀ ਨੂੰ ਆਪਣਾ ਸਮਰਥਨ ਦਿੱਤਾ ਵਾ, ਕੀ ਲੱਗਦਾ ਵਾ ਤੁਹਾਨੂੰ ਕਿ ਵਾਪਸੀ ਕਰਨਾ ਚਾਹੇਗੀ ਅਕਾਲੀ ਦਲ ਬੀਜੇਪੀ ਨੂੰ? ਦੇਖੋ, ਦ੍ਰੋਪਦੀ ਜੀ ਇਹੋ ਸਾਡੀ ਭਾਰਤੀ ਜਨਤਾ ਪਾਰਟੀ ਦੀ ਇੱਕ ਵਿਚਾਰਧਾਰਾ ਰਹੀ ਹੈ। ਪਿਛਲੀ ਸ਼੍ਰੇਣੀ ਤੱਕ ਖੜ੍ਹੇ ਹੋਏ ਬੰਦੇ ਨੂੰ ਉਹਦਾ ਮੁੱਲ, ਉਹਦੀ ਦਿੱਤੀ ਹੋਈ ਜਿਹੜੀ ਸਮੇਂ ਹੈ, ਉਹ ਭਾਰਤੀ ਜਨਤਾ ਪਾਰਟੀ ਉਹਨੂੰ ਕਦੀ ਨਾ ਕਦੀ ਅੱਗੇ ਲੈ ਕਰਕੇ ਆਉਂਦੀ ਹੈ। ਅਤੇ ਦ੍ਰੋਪਦੀ ਜੀ ਹੀ ਉਹਦੇ ਮਤਲਬ ਇੱਕ ਯੋਗ ਹੈ, ਉਹਨਾਂ ਨੇ ਸਮਝਿਆ ਰਾਸ਼ਟਰਪਤੀ ਉਮੀਦਵਾਰ। ਔਰ ਦੇਖੋ, 2 ਹੀ ਚੀਜ਼ਾਂ, ਜਾਂ ਤਾਂ ਅਕਾਲੀ ਦਲ ਕਾਂਗਰਸ ਦੇ ਵਿੱਚ ਅੱਜ ਜਿੱਦਾਂ ਬਿਆਨ ਵੀ ਆ ਬਾਦਲ ਜੀ ਦਾ ਵੀ ਸਾਡੇ ਨਾਲ ਕੋਈ ਇਹਨਾਂ ਦਾ ਤਰਕ ਵਿਤਰਕ ਹੋ ਸਕਦਾ, ਪਰ ਅਸੀਂ ਜਿਹੜਾ ਦ੍ਰੋਪਦੀ ਜੀ ਨੂੰ ਉਹ ਕਰ ਰਹੇ ਹਾਂ। ਗੱਠਜੋੜ ਟੁੱਟਣ ਤੋਂ ਬਾਅਦ ਕੀ ਲੱਗਦਾ ਵਾ ਤੁਹਾਨੂੰ? ਅਕਾਲੀ ਦਲ ਜਿਵੇਂ ਹਾਰ ਵਿਧਾਨ ਸਭਾ 'ਚ ਵੀ ਦੇਖਣੀ ਹੈ ਵੀ ਕਾਫੀ ਸੀਟਾਂ ਘੱਟ ਗਈਆਂ ਉਹਨਾਂ ਦੀਆਂ, ਜਿਮਨੀ ਚੋਣ 'ਚ ਵੀ ਕਾਫੀ ਜਿਹੜੀ ਸੰਗਰੂਰ ਹੋਈ ਉੱਥੇ ਵੀ ਕਾਫੀ ਇਹਨਾਂ ਨੂੰ ਨੁਕਸਾਨ ਝੱਲਣਾ ਪਿਆ ਵਾ। ਕੀ ਲੱਗਦਾ ਵਾ ਗੱਠਜੋੜ ਤੋਂ ਟੁੱਟਣ ਤੋਂ ਬਾਅਦ ਹੀ ਇਹਨਾਂ ਨੂੰ ਨੁਕਸਾਨ? ਦੇਖੋ, ਰਾਜਨੀਤਿਕ ਪਾਰਟੀਆਂ, ਅਸੀਂ ਵੀ ਰਾਜਨੀਤਿਕ ਪਾਰਟੀ ਤੋਂ ਬਿਲੋਂਗ ਕਰਦੇ ਹਾਂ, ਅਤੇ ਇਹ ਸਮੇਂ ਦੀ ਪਰਿਭਾਸ਼ਾ ਹੁੰਦੀ ਹੈ। ਜਿੱਦਾਂ ਅਸੀਂ ਉਹਨਾਂ ਦੇ ਨਾਲ ਇੰਨੇ ਸਾਲ ਰਹੇ ਹਾਂ, ਅਸੀਂ ਤਾਂ ਤੋੜਿਆ ਨਹੀਂ, ਉਹਨਾਂ ਨੇ ਆਪ ਸਾਡੇ ਤੋਂ ਪਰੇ ਹੋਣ ਦੀ ਗੱਲ ਕੀਤੀ। ਕੀ ਲੱਗਦਾ ਵਾ ਦੁਬਾਰਾ ਸੱਤਾ ਜਾਣ ਲਈ ਹੁਣ ਭਾਜਪਾ ਨਾਲ ਫਿਰ ਦੁਬਾਰਾ ਜੁੜਨਾ ਚਾਹੁੰਦੀ? ਮੈਂ ਜਿੱਦਾਂ ਤੁਹਾਨੂੰ ਦੱਸਿਆ, ਇਹ ਇੱਕ ਰਾਜਨੀਤਿਕ ਮੰਚ ਹੈ, ਉਹਦੇ ਉੱਤੇ ਕੁਝ ਵੀ ਹੋ ਸਕਦਾ ਰਾਜਨੀਤੀ ਦੇ ਵਿੱਚ, ਪਰ ਹਾਲੇ ਤੱਕ ਜਿਹੜਾ ਅਸੀਂ ਨਿਸ਼ਪਕਸ਼ਤਾ ਦੇ ਨਾਲ ਚੱਲੇ ਹਾਂ ਔਰ ਚੱਲਦੇ ਰਵਾਂਗੇ। ਅਸੀਂ ਐਸੀ ਸੱਤਾ ਨੂੰ ਜਿੱਦਾਂ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀਗਾ ਕਿ ਚਿਮਟੇ ਦੇ ਨਾਲ ਵੀ ਛੂਹਣਾ ਨਹੀਂ ਪਸੰਦ ਕਰਾਂਗੇ, ਅਸੀਂ ਉਸੇ ਪੈਰਾਮੀਟਰ ਦੇ ਉੱਤੇ ਕੰਮ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਜੀ। ਇਹ ਸਨ ਸਾਡੇ ਨਾਲ ਹਰਪ੍ਰੀਤ ਜੀ, ਲੁਧਿਆਣਾ ਦੇ ਭਾਜਪਾ ਦੇ ਪ੍ਰਵਕਤਾ ਸੀਗੇ। ਉਹਨਾਂ ਨੇ ਕਾਫੀ ਮੁੱਦਿਆਂ 'ਤੇ ਸਾਡੇ ਨਾਲ ਗੱਲਬਾਤ ਕੀਤੀ। ਬਣੇ ਨੂੰ ਜੁੜੇ ਰਹੋ ਸਾਡੇ ਨਾਲ। ਧੰਨਵਾਦ।